ਇਹਦੇ ਲਈ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ, ਕਿਉਂਕਿ ਮੇਰਾ ਮੰਨਣਾ ਹੈ ਕਿ ਮਨੁੱਖੀ ਅਧਿਕਾਰਾਂ ਬਾਰੇ ਚੇਤਨ ਹੋਣਾ ਸਮੇਂ ਦੀ ਇੱਕ ਬੜੀ ਅਣਸਰਦੀ ਲੋੜ ਹੈ। ਮਨੁੱਖੀ ਅਧਿਕਾਰ ਦਿਵਸ, ਵੂਮੈਨਸ ਡੇ, ਚਿਲਡਰਨ ਡੇ, ਇਹ ਸਾਰੇ ਜਿਹੜੇ ਇਸ ਤਰ੍ਹਾਂ ਦੇ ਦਿਨ ਨੇ ਜਾਂ ਦਿਵਸ ਨੇ, ਇਹ ਕਿਉਂ ਮਨਾਏ ਜਾਂਦੇ ਹੈ, ਕਿਉਂ ਰੱਖੇ ਜਾਂਦੇ ਹੈ? ਉਹਨਾਂ ਦਾ ਇੱਕ ਮਕਸਦ ਹੁੰਦਾ ਹੈ ਕਿ ਇਹ ਸਾਰਾ ਕੁਝ ਅਸਲ 'ਚ ਜ਼ਿੰਦਗੀ ਨੂੰ ਬੜਾ ਖੂਬਸੂਰਤ ਬਣਾਉਣ ਲਈ ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ ਦੁਨੀਆ ਭਰ 'ਚ ਬੜੇ ਵੱਡੇ ਵਿਦਵਾਨਾਂ ਨੇ, ਕਹਿ ਲਓ ਸੋਸ਼ੀਓਲੋਜਿਸਟ ਜਿਹੜੇ ਨੇ, ਉਹਨਾਂ ਨੂੰ ਕਹਿ ਲਓ ਫਿਲਾਸਫਰਜ਼, ਉਹਨਾਂ ਨੇ ਕੋਸ਼ਿਸ਼ ਕੀਤੀ ਹੋਈ ਹੈ ਕਿ ਜ਼ਿੰਦਗੀ ਨੂੰ ਬਹੁਤ ਸੋਹਣਾ ਬਣਾਉਣ ਲਈ ਕੁਛ ਕੀਤਾ ਜਾਵੇ, ਕਿਉਂਕਿ ਹੁਣ ਸਮਾਜ ਨੇ ਵੀ ਰਹਿਣਾ ਹੀ ਰਹਿਣਾ ਹੈ ਔਰ ਸਰਕਾਰਾਂ ਨੇ ਵੀ ਰਹਿਣਾ ਹੀ ਰਹਿਣਾ ਹੈ, ਲੋਕਾਂ ਨੇ ਵੀ ਰਹਿਣਾ ਹੈ, ਸੋਸ਼ਲ ਆਰਗੇਨਾਈਜੇਸ਼ਨਸ ਨੇ, ਪੋਲੀਟੀਕਲ ਆਰਗੇਨਾਈਜੇਸ਼ਨਸ ਨੇ, ਸਟੇਟ ਨੇ। ਵਿਡਰਾਅਲ ਤਾਂ ਸਟੇਟ ਦੀ ਸੰਭਵ ਛੇਤੀ ਅਜੇ ਨਹੀਂ, ਤਾਂ ਸਟੇਟ ਜ਼ਿਆਦਤੀਆਂ ਕਿਵੇਂ ਕਰ ਜਾਂਦੀ ਹੈ ਸਮਾਜ ਦੇ ਵਿੱਚ, ਕੁਝ ਇਸ ਤਰ੍ਹਾਂ ਦੀਆਂ ਵਧੀਕੀਆਂ ਕਿਉਂ ਹੋ ਜਾਂਦੀਆਂ, ਇਹਨਾਂ ਨੂੰ ਘੱਟ ਕਰਨ ਲਈ, ਮਿਨੀਮਾਈਜ਼ ਕਰਨ ਲਈ, ਇਹਨਾਂ ਨੂੰ ਰਿਮੂਵ ਕਰਨ ਲਈ ਇਹ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ। ਆਪਾਂ ਨੂੰ ਪਤਾ ਹੈ ਕਿ ਮਨੁੱਖ ਲਈ ਜਿਹੜੀ ਮਨੁੱਖ ਦੀ ਇੱਛਾ ਹੈ, ਜਿੰਦਾ ਰਹਿਣ ਦੀ ਇੱਛਾ, ਜਿਵੇਂ ਡਾਕਟਰ ਸਾਹਿਬ ਕਹਿ ਰਹੇ ਸੀ, ਸਭ ਤੋਂ ਪ੍ਰਬਲ ਔਰ ਮਜ਼ਬੂਤ ਹੈ। ਉਹ ਪਹਿਲਾ ਹਿਊਮਨ ਰਾਈਟ ਹੈ ਕਿ ਜਿੰਦਾ ਰਹਿਣ ਦੀ ਉਸ ਦੀ ਇੱਛਾ ਹੁੰਦੀ ਹੈ, ਪਰ ਜਿੰਦਾ ਰਹਿਣ ਲਈ ਉਹਦੇ ਨਾਲ ਹੋਰ ਬੜਾ ਕੁਝ ਜੁੜਿਆ ਹੁੰਦਾ। ਉਹ ਸਿਰਫ ਸਰੀਰਕ ਲੋੜਾਂ, ਜਿਹਨੂੰ ਅਸੀਂ ਕਹਿ ਲਓ, ਜਾਂ ਫਿਜ਼ੀਕਲ ਨੀਡਸ, ਇਕੱਲੀ ਰੋਟੀ ਵਾਸਤੇ ਨਹੀਂ ਮਨੁੱਖ ਜੀਣਾ ਚਾਹੁੰਦਾ। ਉਹ ਬੜੇ ਬੌਧਿਕ, ਜਾਂ ਜਿਹਨੂੰ ਆਪਾਂ ਨੈਤਿਕ ਕਹਿੰਦੇ ਹਾਂ, ਔਰ ਨਾਲ ਜਿਹੜੇ ਸੁਹਜਾਤਮਕ ਹੈ, ਅਸਥੈਟਿਕ ਜਿਹੜੀਆਂ ਵੈਲਿਊਜ਼ ਹੈ, ਉਹਨਾਂ ਦਾ ਵੀ ਵਿਕਾਸ ਕਰਨਾ ਚਾਹੁੰਦਾ। ਔਰ ਉਹਦੇ ਨਾਲ ਹੀ ਸਭ ਤੋਂ ਜਿਹੜੀ ਦੂਸਰਾ ਮਹੱਤਵਪੂਰਨ ਜਿਹੜਾ ਵੈਲਿਊ ਜੁੜੀ ਹੋਈ ਹੈ, ਉਹਦੀ ਫਰੀਡਮ ਦੀ ਹੈ, ਕਿਉਂਕਿ ਜੇ ਫਰੀਡਮ ਨਹੀਂ ਤਾਂ ਬੜਾ ਕੁਛ ਤੈਸ਼ ਹੋਣ ਲੱਗ ਜਾਂਦਾ। ਤਾਂ ਸ਼ਾਇਦ ਇਸੇ ਕਰਕੇ ਸਾਰਤਰ ਨੇ ਕਿਹਾ ਹੋਇਆ ਕਿ ਮੈਨ ਇਜ਼ ਕੰਡੈਮਡ ਟੂ ਬੀ ਫਰੀ। ਉਹ ਐਸਾ ਇੱਕ ਸਰਾਪਿਆ ਜੀਵ ਹੈ ਕਿ ਉਹ ਆਜ਼ਾਦ ਰਹਿਣਾ ਚਾਹੁੰਦਾ ਹੈ, ਆਜ਼ਾਦੀ ਨੂੰ ਹਰ ਤਰ੍ਹਾਂ ਰੱਖਣਾ ਚਾਹੁੰਦਾ। ਤਾਂ ਮੈਂ ਸੋਚ ਰਿਹਾ ਸੀ ਸ਼ਾਇਦ ਇਸੇ ਕਰਕੇ ਉਹਨੂੰ ਜਦੋਂ ਬਹੁਤ ਵੱਡੀ ਜਿਹੜੀਆਂ ਸੀ ਸਾਰੀਆਂ ਸਹੂਲਤਾਂ ਮਿਲੀਆਂ ਹੋਈਆਂ ਸੀ, ਜੇ ਆਪਾਂ ਇਤਿਹਾਸਕ ਤੌਰ 'ਤੇ ਦੇਖੀਏ, ਤੇ ਐਡਮ ਐਂਡ ਈਵ ਜਿਹੜੇ ਸੀ ਉਹ ਆਜ਼ਾਦੀ ਚਾਹ ਰਹੇ ਸੀ। ਇਸੇ ਕਰਕੇ ਉਹਨਾਂ ਨੇ ਕਿੱਡੀ ਵੱਡੀ ਆਪਣਾ ਸਾਰਾ ਕੁਝ ਛੱਡ ਕੇ ਉਸਨੇ ਉਹ ਨਰਕ ਦੇ ਵਿੱਚ ਕਿਉਂ ਆਇਆ। ਇਹ ਭਾਵੇਂ ਨਰਕ 'ਚ ਵੀ ਕਿਉਂ ਨਾ ਜਾਣਾ ਪਵੇ, ਇਹ ਆਜ਼ਾਦੀ ਵਾਲੀ ਜਿਹੜੀ ਗੱਲ ਹੈ ਮਨੁੱਖ ਕਦੇ ਨਹੀਂ ਛੱਡੇਗਾ। ਤਾਂ ਇਸ ਕਰਕੇ ਇਸ ਨੂੰ ਮੈਂ ਬਹੁਤ ਵੱਡੀ ਉਸ ਦੀ ਮਨੁੱਖ ਦੀ ਸਮਝਦਾ ਕਿ ਉਹ ਆਜ਼ਾਦ ਰਹਿਣਾ ਚਾਹੁੰਦਾ ਹੈ, ਜ਼ਿੰਦਗੀ 'ਚ ਜਿਉਣਾ ਚਾਹੁੰਦਾ ਹੈ। ਇਸੇ ਕਰਕੇ ਸ਼ਾਇਦ ਫਰਾਇਡ ਨੂੰ ਇਹ ਲੱਗਿਆ ਹੋਇਆ ਕਿ ਜਿਹੜੀ ਵਿਲ ਆਫ ਲਾਈਫ ਹੈ, ਵਿਸ਼ ਆਫ ਲਾਈਫ ਹੈ, ਇਹ ਬਹੁਤ ਸਟਰੋਂਗ ਹੁੰਦੀ ਹੈ ਬੰਦੇ 'ਚ, ਪਰ ਉਸ ਨੂੰ ਕਿਵੇਂ ਹੁਣ ਜਿਹੜਾ ਵਧੀਆ ਬਣਾਇਆ ਜਾਵੇ, ਜ਼ਿੰਦਗੀ ਬਣਾਈ ਜਾਵੇ, ਇਹਦੇ ਲਈ ਇਹ ਸਾਰਾ ਕੁਝ ਬਣਿਆ ਹੋਇਆ। ਦੂਸਰਾ ਇਹ ਕਿ ਜਿਹੜਾ ਮਨੁੱਖੀ ਅਧਿਕਾਰਾਂ ਦੀ ਧਾਰਨਾ ਇਤਿਹਾਸ ਦੇ ਵਿੱਚ ਇਹ ਬਹੁਤ ਲੰਮੇ ਦੌਰ ਤੋਂ ਵਿਕਸਿਤ ਹੋਈ ਹੋਈ ਹੈ। ਜਿਹੜੇ ਅੱਜ ਆਪਾਂ ਇੱਥੇ ਖਲੋਤੇ ਹਾਂ 2021 ਦੇ ਵਿੱਚ, ਔਰ ਮਨੁੱਖੀ ਅਧਿਕਾਰਾਂ ਦੀ ਗੱਲ ਹੋ ਰਹੀ ਹੈ, ਔਰ ਸਭ ਤੋਂ ਜਿਹੜੀ ਇਹ ਰਸਮੀ ਤੌਰ 'ਤੇ ਵੱਡੀ ਕੀਤੀ ਗਈ, ਉਹ ਆਪਾਂ ਕਹਿੰਦੇ ਹਾਂ ਕਿ 1948 ਜਿਹੜਾ ਦਿਨ ਆਪਾਂ 10 ਦਸੰਬਰ 1948 ਦੀ ਯਾਦ 'ਚ ਮਨਾ ਰਹੇ ਹਾਂ। ਉੱਥੋਂ ਤੱਕ ਪਹੁੰਚਣ ਲਈ ਜਾਂ ਅੱਜ ਤੱਕ ਪਹੁੰਚਣ ਲਈ ਇੱਕ ਲੰਮਾ ਇਤਿਹਾਸ ਹੈ ਮਨੁੱਖੀ ਅਧਿਕਾਰਾਂ ਦਾ, ਜਿਹਦੇ ਵਿੱਚੋਂ ਮਨੁੱਖਤਾ ਜਿਹੜੀ ਹੈ ਉਹ ਜਾਂ ਇਤਿਹਾਸ ਹੈ ਗੁਜ਼ਰਦਾ ਰਿਹਾ। ਤਾਂ ਜਦੋਂ ਮੈਂ ਇਹਦੇ ਬਾਰੇ ਕੁਝ ਵੇਖ ਰਿਹਾ ਸੀ ਤਾਂ ਸਭ ਤੋਂ ਪਹਿਲਾਂ ਮੈਨੂੰ ਜਿਹੜਾ ਯਾਦ ਆਇਆ, ਇਹ ਠੀਕ ਹੈ ਕਿ ਪਹਿਲਾਂ ਸਭ ਤੋਂ ਜਿਹੜਾ ਸਟੇਟ ਜ਼ਬਰ ਕਰਦੀ ਸੀ, ਸਟੇਟ ਦੇ ਜਿਹੜੇ ਕਾਨੂੰਨ ਕੁਛ ਮਨੁੱਖਾਂ ਨੂੰ ਲੱਗਦੇ ਸੀ ਕਿ ਹਿਊਮਨ ਵੈਲਿਊਜ਼ ਦੇ ਅਨੁਸਾਰ ਨਹੀਂ, ਉਹਦੀ ਮੰਗ ਇੱਕ ਖਾਸ ਜਿਹੜਾ ਉਤਲਾ ਵਰਗ ਹੈ ਭਾਵੇਂ ਉਹਦੇ ਵੱਲੋਂ ਹੀ ਹੁੰਦੀ ਰਹੀ ਹੈ। ਔਰ ਇਹ ਮਿਡੀਵਲ ਏਜਸ ਤੋਂ ਲੈ ਕੇ ਤਾਂ ਟੋਟਲ ਜਿਹੜਾ ਜਿੰਨੀ ਵੀ ਆਪਾਂ ਜਿਹਨੂੰ ਲਿਬਰੇਸ਼ਨ ਜਿਹਨੂੰ ਕਹਿੰਦੇ ਆ ਵੀ ਲਿਬਰਲ ਥਿਊਰੀ ਜਿਹੜੀ ਹੈ, ਇਹ ਸਾਰੀ ਵੱਧ ਅਧਿਕਾਰਾਂ ਲਈ ਵੀ ਰਹੀ ਹੈ। ਇਹ ਠੀਕ ਹੈ, ਜਿਵੇਂ ਕੁਲਦੀਪ ਕਹਿ ਰਿਹਾ ਸੀ ਕਿ ਇੱਕ ਜਿਹੜਾ ਅਪਰ ਕਲਾਸ ਹੈ ਉਹਦੇ ਵਰਗ ਦੇ ਵਿੱਚੋਂ ਰਹੀ। ਤਾਂ ਇੱਕ ਐਗਜ਼ਾਮਪਲ ਜਿਹੜੀ ਸਭ ਤੋਂ ਪਹਿਲਾਂ ਮਿਲਦੀ ਹੈ, ਜਿਹਨੂੰ ਆਪਾਂ, ਉਹ ਹੈ ਤਾਂ ਬਹੁਤ ਉਦੋਂ ਵੀ ਪੁਰਾਣੀਆਂ, ਜੇ ਸੋਕਰੇਟੀਜ਼ ਨੇ ਵੀ ਜ਼ਹਿਰ ਪੀਤਾ ਸੀ ਤਾਂ ਉਹ ਵੀ ਤਾਂ ਕਿ ਉਹਦੀ ਆਜ਼ਾਦੀ ਵਾਸਤੇ ਹੀ ਕਹਿ ਰਿਹਾ ਸੀ। ਉਹ ਠੀਕ ਹੈ, ਮੈਨੂੰ ਬੋਲਣ ਦੀ ਆਜ਼ਾਦੀ ਹੈ, ਮੈਂ ਕੋਈ ਬੋਲਣਾ ਚਾਹੁੰਦਾ, ਤਾਂ ਸਟੇਟ ਕਹਿੰਦੀ ਸੀ ਤੂੰ ਨਹੀਂ ਬੋਲ ਸਕਦਾ, ਤੂੰ ਗਲਤ ਬੋਲ ਰਿਹਾ। ਜੇ ਮਨਸੂਰ ਮਰਿਆ ਉਹ ਵੀ ਤਾਂ ਇਸੇ ਕਰਕੇ ਸੀ, ਬੋਲਣ ਦੀ ਆਜ਼ਾਦੀ ਦੀ ਬਾਤ ਸੀ।
ਪਰ ਜਿਹੜੀ ਇੰਗਲੈਂਡ ਦੇ ਵਿੱਚ ਜਦੋਂ ਆਪਾਂ ਇਹਨੂੰ ਪਾਰਟੀਕੂਲਰਲੀ ਲੈਂਦੇ ਹਾਂ ਕਿ ਅਧਿਕਾਰਾਂ ਦੀ ਜਿਹੜੀ ਲਹਿਰ ਹੈ ਜਿਹੜੀ ਹੌਲੀ ਹੌਲੀ ਜਿਹੜੀ ਆ ਉਹ ਇਹ ਗਈ 1948 ਤੱਕ, ਤਾਂ ਉਹ 1215 ਦੇ ਵਿੱਚ ਮੈਂ ਨੋਟ ਕਰ ਰਿਹਾ ਸੀ ਕਿ ਜਦੋਂ ਉੱਥੋਂ ਦੇ ਜਿਹੜੇ ਬੈਰਨਸ ਹੈ, ਜਿਹਨੂੰ ਆਪਾਂ ਕਹਿੰਦੇ ਕਿ ਨਵਾਬ ਕਹਿ ਲਓ ਜਾਂ ਉਹਨਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਲੋਕ ਸੀ, ਵੱਡੇ ਲਾਰਡਸ ਅਤੇ ਚਰਚ ਦੇ ਕੁਝ ਲੋਕ ਸੀ, ਤਾਂ ਉਦੋਂ ਨਵਾਬਾਂ ਨੂੰ ਐਂ ਲੱਗਿਆ ਕਿ ਕਰ ਵੱਧ ਲੱਗ ਰਹੇ ਸੀ ਜਿਹੜੇ ਜ਼ਮੀਨ ਦੇ ਉੱਤੇ, ਖਾਸ ਕਰਕੇ ਕਿਉਂਕਿ ਲੈਂਡਡ ਪ੍ਰੋਪਰਟੀ ਹੁੰਦੀ ਸੀ। ਤਾਂ ਕਿੰਗ ਜੌਨ ਸੀ ਉਹਨਾਂ ਦਾ ਜਿਹੜਾ ਬਾਦਸ਼ਾਹ, ਤਾਂ ਉਹਨਾਂ ਨੇ ਉਦੋਂ ਇੱਕ ਆਪਣਾ ਜਿਹੜਾ ਡਿਮਾਂਡ ਆਫ ਚਾਰਟਰ ਰੱਖਿਆ, ਜਿਹਨੂੰ ਮੈਗਨਾ ਕਾਰਟਾ ਆਪਾਂ ਕਹਿੰਦੇ ਹਾਂ। ਮੈਗਨਾ ਕਾਰਟਾ ਦਾ ਵਿੱਚ 1215 'ਚ ਉਹਨਾਂ ਨੇ ਜਿਹੜਾ ਪਾਸ ਹੋਇਆ, ਉਹਦੇ 'ਚ ਉਹਨਾਂ ਨੇ ਇਹ ਰੱਖਿਆ ਸੀ ਕਿ ਸਾਨੂੰ ਕੁਛ ਅਧਿਕਾਰ ਚਾਹੀਦੇ ਆ, ਜੇ ਸਰਕਾਰ ਨੇ ਰਾਜੇ ਨੇ ਕਰ ਲਾਉਣੇ ਆ ਤਾਂ ਇੱਕ ਕੌਂਸਲ ਹੋਵੇ, ਕੌਂਸਲ ਦੇ ਵਿੱਚ ਡਿਬੇਟ ਹੋਵੇ ਜਿਹਦੇ 'ਚ ਸਾਡੀ ਵੀ ਪਾਰਟੀਸਪੇਸ਼ਨ ਹੋਵੇ, ਵੀ ਫਿਰ ਉਹ ਕਾਨੂੰਨ ਪਾਸ ਹੋਣਾ ਚਾਹੀਦਾ। ਤਾਂ ਮੈਨੂੰ ਯਾਦ ਆ ਰਿਹਾ ਸੀ ਵੀ ਹੁਣ ਰੌਲਾ ਤਾਂ ਹੁਣ ਵੀ ਇੰਨਾ ਕਿਸੇ ਨਾ ਕਿਸਾਨਾਂ ਦਾ ਵੀ ਜਿਹੜੀ ਏਡੀ ਵੱਡੀ ਮੂਵਮੈਂਟ ਚੱਲੀ ਹੈ, ਹੁਣ ਵੀ ਆਪਾਂ ਇਹੋ ਮੰਗ ਕਰਦੇ ਹਾਂ ਕਿ ਜੇ ਤੂੰ ਇਹ ਕਾਨੂੰਨ ਲਿਆਉਣੇ ਸੀ, ਕੁਛ ਨਵਾਂ ਬਦਲਣਾ ਸੀ, ਤੂੰ ਕਿਸਾਨਾਂ ਨਾਲ, ਸਟੇਟ ਨਾਲ, ਲੋਕਾਂ ਨਾਲ, ਕਿਸੇ ਨਾਲ ਤੂੰ ਡਿਸਕਸ ਤਾਂ ਕਰ ਲੈਂਦਾ। ਤਾਂ 1215 ਦੇ ਵਿੱਚ ਉਹਨਾਂ ਨੇ ਮੈਗਨਾ ਕਾਰਟਾ, ਜਿਹਦੇ ਵਿੱਚ ਕੁਝ ਹੋਰ ਵੀ ਮੰਗਿਆ, ਪਰ ਇਹ ਮੰਗ ਜਿਹੜੀ ਸੀ ਅਸਲ ਦੇ ਵਿੱਚ ਉਹ ਜਿਹਨੂੰ ਆਪਾਂ ਕਹਿ ਸਕਦੇ ਸ਼ੁਰੂਆਤ ਸੀ ਕਿ ਕਿੰਗ ਦੇ ਉੱਤੋਂ ਦੀ ਇਲੈਕਟਡ ਬਾਡੀ ਰਿਪਰੈਜ਼ੈਂਟੇਟਿਵਸ ਜਾਂ ਜਿਹੜਾ ਬਾਅਦ ਦੇ ਵਿੱਚ ਪਾਰਲੀਮੈਂਟਰੀ ਸਿਸਟਮ ਵੱਲ ਨੂੰ ਗਏ, ਉਦੋਂ ਉਹਨਾਂ ਨੇ ਮੰਗ ਰੱਖੀ ਕਿ ਸਾਡੇ ਕੁਝ ਅਧਿਕਾਰ ਹੈ, ਕੁਝ ਜ਼ਮੀਨਾਂ ਦੇ ਅਧਿਕਾਰ ਹੈ, ਕਰ ਤੁਸੀਂ ਐ ਲਾ ਨਹੀਂ ਸਕਦੇ। ਇਹ ਉਸ ਦੇ ਵਿੱਚ ਪਹਿਲੀ ਵਾਰੀ ਆਇਆ। ਔਰ ਉਸ ਤੋਂ ਬਾਅਦ ਫਿਰ 1699 'ਚ ਉਸੇ ਇੰਗਲੈਂਡ ਦੇ ਵਿੱਚ ਜਦੋਂ ਵਿਲੀਅਮ ਜਿਹੜਾ ਆਪਣਾ ਹੈ ਕਿੰਗ ਜਿਹੜਾ ਸੀ 1699 'ਚ ਕਿੰਗ ਵਿਲੀਅਮ ਜੇਮਸ II ਨੂੰ ਹਟਾਉਣ ਤੋਂ ਬਾਅਦ ਇਹ ਜਿਹੜਾ ਵਿਲੀਅਮ III ਔਰ ਮੇਰੀ II ਦੋਨਾਂ ਦਾ ਇਕੱਠਿਆਂ ਦਾ ਰਾਜ ਆਇਆ ਸੀ, ਤਾਂ ਉਦੋਂ ਵੀ ਰਾਜੇ ਨੂੰ ਲਾ ਕੇ ਔਰ ਜਿਹੜਾ ਬਿੱਲ ਆਫ ਰਾਈਟਸ ਪੇਸ਼ ਕੀਤਾ 1699 'ਚ, ਤਾਂ ਉਦੋਂ ਜਿਹੜਾ ਅਜੋਕੇ ਮਨੁੱਖੀ ਅਧਿਕਾਰਾਂ ਦਾ ਜ਼ਿਕਰ ਉਹਦੇ 'ਚ ਵੀ ਸਾਨੂੰ ਮਿਲ ਜਾਂਦਾ ਜੇ ਆਪਾਂ ਵੇਖੀਏ। ਤਾਂ ਉਹਦੇ 'ਚ ਜਿਹੜਾ ਸੀ ਉਹਨਾਂ ਨੇ ਮੰਗ ਕੀਤੀ ਸੀ ਉਹਨਾਂ ਨੇ ਕਿ ਪਾਰਲੀਮੈਂਟਰੀ ਜਿਹੜਾ ਸਿਸਟਮ ਹੈ ਉਹ ਉਸ ਨੂੰ ਵੱਧ ਅਧਿਕਾਰ ਦਿੱਤੇ ਜਾਣ, ਔਰ ਰਾਜ ਦੇ ਜਿਹੜੇ ਰਾਜੇ ਦੇ ਅਧਿਕਾਰ ਸੀ, ਕਿੰਗ ਦੇ ਅਧਿਕਾਰ ਜਿਹੜੇ ਆ ਉਹ ਘੱਟ ਕੀਤੇ ਜਾਣ। ਇਹ 1699 ਦੇ ਜਿਹੜਾ ਸੀ ਉਹਦੇ ਵਿੱਚ ਆਇਆ ਉਹਨਾਂ ਦਾ। ਉਸ ਤੋਂ ਬਾਅਦ ਤੀਸਰਾ ਜਿਹੜਾ ਵੱਡਾ ਸਟੈਪ ਹੈ ਇਹਨਾਂ ਮਨੁੱਖੀ ਅਧਿਕਾਰਾਂ ਵਾਸਤੇ, ਉਹ 1776 ਅਮਰੀਕਾ ਦਾ ਹੈ, ਜਿਹਦੇ 'ਚੋਂ ਇੱਕ ਆਪਣਾ ਚਾਰਟ ਬਣਾਉਂਦੇ ਨੇ ਜਿਹੜਾ ਡੈਕਲਾਰੇਸ਼ਨ ਆਫ ਰਾਈਟਸ। ਜਦੋਂ ਉੱਥੇ ਰੈਵੋਲੂਸ਼ਨ ਹੁੰਦਾ ਅਮਰੀਕਾ ਦੇ ਵਿੱਚ, ਤਾਂ ਉਦੋਂ ਵਿੱਚ ਜਿਹੜੀ ਉਹਦੀ ਸਪੈਸ਼ਲ ਡਿਮਾਂਡ ਜਿਹੜੀ ਮੁੱਖ ਰੂਪ 'ਚੋਂ ਕਰਦੇ ਨੇ, ਉਹ ਕਹਿੰਦੇ ਨੇ ਜ਼ਿੰਦਗੀ, ਆਜ਼ਾਦੀ ਔਰ ਨਾਲ ਹੈਪੀਨੈਸ ਦੀ ਮੰਗ ਉਹ ਰੱਖਦੇ ਨੇ ਕਿ ਵਿਅਕਤੀ ਨੂੰ ਜ਼ਿੰਦਗੀ ਜਿਹੜੀ ਹੈ ਜਿਉਣ ਲਈ ਅੱਛੇ ਹਾਲਾਤ ਚਾਹੀਦੇ ਆ, ਔਰ ਉਸ ਨੂੰ ਆਜ਼ਾਦੀ ਚਾਹੀਦੀ ਹੈ, ਔਰ ਜ਼ਿੰਦਗੀ ਦਾ ਮਨੋਰਥ ਕਿਉਂਕਿ ਹੈਪੀਨੈਸ ਦਾ ਕੰਟੈਂਟ ਜਿਹੜਾ ਇਹਦੇ 'ਚ ਐਡ ਹੋਣਾ ਚਾਹੀਦਾ ਹੈ। ਔਰ ਉਹ ਜਿਹੜਾ ਸੀ ਇੰਗਲੈਂਡ ਦੇ ਰਾਜੇ ਤੋਂ, ਇੰਗਲੈਂਡ ਦੀ ਜਿਹੜੀ ਸਿੱਧੀ ਸਲਤਨਤ ਦਾ ਜਿਹੜਾ ਉੱਥੇ ਰਾਜੇ ਦਾ ਦੌਰ ਸੀ, ਉਹਨੂੰ ਖਤਮ ਕਰਨ ਵੱਲ ਸੀ। ਇਹ ਤੀਸਰਾ ਵੱਡਾ ਸਟੈਪ ਸੀ ਜਿਹੜੇ ਹਿਊਮਨ ਰਾਈਟਸ ਦੀ ਹਿਸਟਰੀ ਡਿਵੈਲਪ ਕਰਦੀ ਹੈ, ਉਹਦੇ ਵਿੱਚ ਆਉਂਦਾ। ਔਰ ਉਸ ਤੋਂ ਥੋੜ੍ਹੇ ਸਾਲਾਂ ਬਾਅਦ 1799 ਦਾ ਜਿਹੜਾ ਫਰਾਂਸ ਦਾ ਇਨਕਲਾਬ, ਜਿਹਨੂੰ ਆਪਾਂ ਕਹਿੰਦੇ ਹਾਂ ਫ੍ਰੈਂਚ ਰੈਵੋਲੂਸ਼ਨ, ਔਰ ਜਿਹੜਾ ਉਹਦੇ ਵਿੱਚ ਜਿਹੜਾ ਡਿਮਾਂਡ ਆਫ ਚਾਰਟਰਸ ਜਾਂ ਜਿਹੜਾ ਡੈਕਲਾਰੇਸ਼ਨ ਜਿਹੜੀ ਹੈ ਉਹਦੇ ਵਿੱਚ ਰਾਈਟਸ ਦੀ ਰੱਖੀ ਜਾਂਦੀ ਹੈ, ਤਾਂ ਉਹ ਬਹੁਤ ਇੱਕ ਇੰਪੋਰਟੈਂਟ ਡਾਕੂਮੈਂਟ ਸੀ। ਔਰ ਜਿਹਦੇ ਵਿੱਚ ਪਹਿਲੀ ਵਾਰ ਦਰਜ ਹੋਇਆ ਕਿ ਮਨੁੱਖ ਜਿਹੜਾ ਉਹ ਆਜ਼ਾਦ ਜਨਮ ਲੈਂਦਾ, ਆਜ਼ਾਦ ਰਹਿੰਦਾ ਹੈ, ਅਤੇ ਉਹਨਾਂ ਦੇ ਅਧਿਕਾਰ ਬਰਾਬਰ ਹੈ। ਇਕੁਐਲਿਟੀ, ਫਰੈਟਰਨਿਟੀ, ਜਿਹੜੀ ਬ੍ਰਦਰਹੁੱਡ ਵਾਲਾ ਕੌਨਸੈਪਟ ਜਿਹੜਾ ਸੀ। ਔਰ ਆਪਾਂ ਨੂੰ ਪਤਾ ਹੈ ਕਿ ਇਹਦੇ ਵਿੱਚ ਇਹ ਸਾਰੀ ਤਹਿਰੀਕ ਜਿਹੜੀ ਫਰਾਂਸ ਦੇ ਵਿੱਚ ਜਿਹੜੀ ਆ ਕੇ ਮੈਚਿਓਰ ਹੁੰਦੀ ਹੈ, ਉਹ 'ਚ ਵੋਲਟੇਅਰ ਦਾ ਕੌਨਸੈਪਟ ਜਿਹੜਾ ਬੋਲਣ ਦੀ ਆਜ਼ਾਦੀ ਦਾ, ਰੂਸੋ ਦਾ ਜਿਹੜਾ ਕੌਨਸੈਪਟ ਹੈ ਜਿਹੜਾ ਜਿਹਨੂੰ ਆਪਾਂ ਬੇਸ ਕਰਦੇ ਹਾਂ ਕਿ ਮੈਨ ਇਜ਼ ਬੋਰਨ ਫ੍ਰੀ ਬਟ ਫਾਊਂਡ ਐਵਰੀਵੇਅਰ ਇਨ ਚੇਨਸ, ਇਸ ਨੂੰ ਤੋੜਨ ਲਈ ਇਹ ਜਿਹੜੇ ਸਾਰੇ ਲੋਕ ਸੀ, ਇਹਨਾਂ ਦੇ ਵਿਚਾਰ ਜਿਹੜੇ ਆ ਉਹ ਸ਼ਾਮਲ ਕੀਤੇ ਜਾਂਦੇ ਆ। ਤਾਂ ਇਹ 1799 ਦਾ ਰੈਵੋਲੂਸ਼ਨ ਜਿਹੜਾ ਸੀ, ਇਸ ਨੇ ਦੁਨੀਆ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਉਸ ਤੋਂ ਬਾਅਦ ਤਾਂ ਜਿਵੇਂ ਇੱਕ ਵੱਡੀ ਤਹਿਰੀਕ ਜਿਹੜੀ ਸੀ ਉਹ ਚੱਲ ਪਈ ਸੀ ਮੁਲਕਾਂ ਦੇ ਆਜ਼ਾਦ ਹੋਣ ਦੀ, ਕਿਉਂਕਿ ਉਹਨਾਂ ਨੇ ਪਹਿਲੀ ਵਾਰੀ ਇਹ ਦਰਜ ਕਰਤਾ ਸੀ ਕਿ ਸੋਵਰਨਟੀ ਸਟੇਟ ਦੀ ਨਹੀਂ ਹੋਣੀ ਚਾਹੀਦੀ, ਸੋਵਰਨਟੀ ਲੋਕਾਂ ਦੀ ਹੋਣੀ ਚਾਹੀਦੀ ਹੈ, ਪਬਲਿਕ ਦੀ ਹੋਣੀ ਚਾਹੀਦੀ ਹੈ। ਜਿਹਨੂੰ ਬਾਅਦ ਵਿੱਚ ਇਹ ਬੇਸ ਬਣਾਉਂਦੇ ਨੇ ਕਿ ਪਾਰਲੀਮੈਂਟ ਸਿਸਟਮ ਦੇ ਵਿੱਚ ਸਾਨੂੰ ਕਿਹਾ ਤਾਂ ਹੀ ਜਾਂਦਾ ਹੈ ਕਿ ਲੋਕਾਂ ਦਾ ਰਾਜ ਹੈ, ਲੋਕਾਂ ਲਈ ਰਾਜ ਹੈ, ਲੋਕਾਂ ਦੁਆਰਾ ਹੈ। ਇਹ ਵੱਖਰੀ ਗੱਲ ਹੈ ਕਿ ਸਟੇਟ ਬਾਅਦ 'ਚ ਮੈਨੂਪਲੇਟ ਕਿਵੇਂ ਕਰ ਲੈਂਦੀ ਹੈ, ਮੈਨੀਪਲੇਟ। ਪਰ ਉਦੋਂ ਇੱਕ ਸੋਵਰਨਟੀ ਦਾ ਕੌਨਸੈਪਟ ਉਹਨਾਂ ਨੇ 1799 'ਚ ਇਸ ਤਰ੍ਹਾਂ ਜੋੜਿਆ ਸੀ
ਕਿ ਸੋਵਰਨਟੀ ਰਾਜੇ ਦੀ ਨਹੀਂ, ਸੋਵਰਨਟੀ ਇਕੱਲੇ ਇੰਡੀਵਿਜੂਅਲ ਮੋਨਾਰਕ ਦੀ ਨਹੀਂ, ਸੋਵਰਨਟੀ ਲੋਕਾਂ ਦੀ ਹੁੰਦੀ ਆ ਔਰ ਪਬਲਿਕ ਦੀ ਹੁੰਦੀ ਆ। ਇਸ ਕਰਕੇ ਨਾਲ ਹੀ ਉਹਨਾਂ ਨੇ ਉਦੋਂ ਇਹ ਜੋੜਿਆ ਸੀ ਇਹਦੇ ਵਿੱਚ ਕਿ ਅਧਿਕਾਰ ਜਿਹੜੇ ਨੇ ਸਾਰਿਆਂ ਦੇ ਬਰਾਬਰ ਹੈ ਔਰ ਮਨੁੱਖੀ ਅਧਿਕਾਰਾਂ ਦੀ ਪੁਸ਼ਟੀ ਇਸੇ ਗੱਲ 'ਚ ਹੀ ਹੋਈ ਜਦੋਂ ਉਹਨਾਂ ਨੇ ਨਾਲ ਇਹ ਐਡ ਕੀਤਾ ਕਿ ਸਟੇਟ ਦੀ ਇੱਕ ਡਿਊਟੀ ਹੈ, ਰਾਜਨੀਤਿਕ ਸੰਘ ਕੋਈ ਵੀ ਹੋਵੇ, ਗਵਰਨਮੈਂਟ ਕੋਈ ਵੀ ਹੋਵੇ, ਭਾਵੇਂ ਉਹ ਰਾਜਾ ਹੋਵੇ, ਮਨਾਰਕੀ ਹੋਵੇ, ਭਾਵੇਂ ਕੋਈ ਪਾਰਲੀਮੈਂਟਰੀ ਸਿਸਟਮ ਹੋਵੇ, ਤਾਂ ਉਹਦੇ ਵਿੱਚ ਉਹਨਾਂ ਦੀ ਇੱਕ ਐਡੀਸ਼ਨ ਇਹ ਸੀ ਕਿ ਉਹਦਾ ਉਦੇਸ਼ ਕੀ ਹੋਣਾ ਚਾਹੀਦਾ ਹੈ, ਆਜ਼ਾਦੀ, ਜਾਇਦਾਦ, ਸੁਰੱਖਿਆ ਅਤੇ ਦਮਨ ਦਾ ਵਿਰੋਧ। ਵੀ ਅਗਰ ਇਹ ਨਹੀਂ ਕਰਦਾ, ਵੀ ਸਰਕਾਰ ਦਾ ਇਹ ਡਿਊਟੀ ਹੈ ਉਹ ਦਮਨ ਦਾ ਵੀ ਵਿਰੋਧ ਕਰੇ, ਲੋਕਾਂ ਦੀ ਪ੍ਰੋਪਰਟੀ ਵੀ ਬਚਾਵੇ, ਲੋਕਾਂ ਨੂੰ ਸੁਰੱਖਿਆ ਵੀ ਦੇਵੇ ਔਰ ਲੋਕਾਂ ਨੂੰ ਜਿਹੜੀ ਆਜ਼ਾਦੀ ਹੈ ਉਹ ਵੀ ਦੇਵੇ। ਸ਼ਾਇਦ ਇਸੇ ਕਰਕੇ ਲੋਕ ਨੇ ਬਾਅਦ 'ਚ ਲਿਖਿਆ ਸੀ ਕਿ ਉਹ ਸਰਕਾਰ ਜੋ ਇਹ ਚੀਜ਼ਾਂ ਨਹੀਂ ਦੇ ਸਕਦੀ, ਉਸ ਨੂੰ ਰਾਜ ਕਰਨ ਦਾ ਹੱਕ ਨਹੀਂ, ਜੋ ਨੈਚੁਰਲ ਜਸਟਿਸ ਨਹੀਂ ਦੇ ਸਕਦੀ, ਜੋ ਨੈਚੁਰਲ ਜਿਹੜੀਆਂ ਆਜ਼ਾਦੀਆਂ ਉਹ ਨਹੀਂ ਦੇ ਸਕਦੀ, ਲੋਕਾਂ ਦਾ ਫਰਜ਼ ਹੈ, ਲੋਕਾਂ ਦਾ ਹੱਕ ਹੈ ਕਿ ਉਸ ਸਰਕਾਰ ਨੂੰ ਬਦਲ ਦੇਣ ਔਰ ਸਰਕਾਰ ਨੂੰ ਪਰਾਂ ਕਰ ਦੇਣ। ਇਹ ਲੋਕ ਨੇ ਇਸੇ ਕਰਕੇ ਇਹਨਾਂ ਗੱਲਾਂ ਦੇ ਉੱਤੇ ਬੇਸਡ ਕੀਤਾ ਸੀ। ਤਾਂ ਇਹ ਸਾਰਾ ਦੌਰ ਜਿਹੜਾ 1799 ਤੋਂ ਬਾਅਦ ਬਹੁਤ ਲੋਕਾਂ ਦੇ ਉੱਤੇ ਦੁਨੀਆ ਦੇ ਵਿੱਚ ਇਹਦਾ ਅਸਰ ਹੁੰਦਾ ਹੈ ਔਰ ਗੁਲਾਮੀ ਤੋਂ ਨਿਜਾਤ ਪਾਉਣ ਲਈ ਇਹਨਾਂ ਲਹਿਰਾਂ ਤੋਂ ਪ੍ਰਭਾਵਿਤ ਹੋ ਕੇ ਜਿਹੜੇ ਸੀ ਉਹ ਮਨੁੱਖੀ ਅਧਿਕਾਰਾਂ ਬਾਰੇ ਅਹਿਮ ਚਿੰਤਾ ਜਿਹੜੀ ਸੀ ਉਹ ਕਰਨ ਲੱਗ ਗਏ ਮੁਲਕ। ਲੇਕਿਨ ਇਹਦੇ ਨਾਲ ਕੀ ਹੋ ਰਿਹਾ ਫਿਰ ਉਦੋਂ ਬਾਅਦ ਕਿ ਇਹ ਉਹ ਵੀ ਦੌਰ ਸੀ ਕਿ ਜਦੋਂ ਰਾਜ ਜਿਹੜਾ, ਸਟੇਟ ਜਿਹੜੀ ਹੈ, ਸਰਕਾਰਾਂ ਜਿਹੜੀਆਂ, ਇਹਦਾ ਇੱਕ ਭਿਆਨਕ ਦੌਰ ਵੀ ਸਾਡੇ ਸਾਹਮਣੇ ਆਉਂਦਾ। ਉਹ ਭਿਆਨਕ ਦੌਰ ਕਿਹੜਾ ਹੈ ਕਿ ਜਿਹੜੇ ਦੋਵੇਂ ਸੰਸਾਰ ਜੰਗਾਂ ਆ ਕੇ 20ਵੀਂ ਸਦੀ ਵਿੱਚ ਹੁੰਦੀਆਂ ਔਰ ਜਿਹਦੇ ਵਿੱਚ ਸਭ ਤੋਂ ਵੱਡਾ ਘਾਣ ਜਿਹੜਾ ਹਿਊਮਨ ਰਾਈਟਸ ਦਾ, ਪਹਿਲੀ ਸੰਸਾਰ ਜੰਗ 'ਚ ਔਰ ਦੂਸਰੀ ਸੰਸਾਰ ਜੰਗ ਦੇ ਵਿੱਚ, ਉਹ ਵੀ ਸਾਡੇ ਸਾਹਮਣੇ ਆ ਜਾਂਦਾ। ਤਾਂ ਇਸ ਹੱਦ ਤੱਕ ਜਦੋਂ ਫਿਰ ਇਹ ਵਟ ਹੈਪਨਸ ਕਿ ਜਦੋਂ ਸਾਰਾ ਕੁਝ ਹੋ ਜਾਂਦਾ 39-40 ਤੱਕ, ਤਾਂ ਆਪਾਂ ਸਾਰਿਆਂ ਨੂੰ ਯਾਦ ਹੋਣਾ ਹੈ ਕਿ 44-45 ਤੋਂ ਲੈ ਕੇ 50 ਤੱਕ ਬਹੁਤ ਵੱਡੀ ਤਬਦੀਲੀ ਹੁੰਦੀ ਹੈ ਤੇ ਬੜੀਆਂ ਆਰਗੇਨਾਈਜੇਸ਼ਨਸ ਬਣਦੀਆਂ ਜਿਹੜੀਆਂ ਇੰਟਰਨੈਸ਼ਨਲ ਲੈਵਲ ਦੀਆਂ, ਜਿਨ੍ਹਾਂ ਦੇ ਵਿੱਚ ਭਾਵੇਂ UNO ਹੈ ਜਿਹੜੀ ਪਹਿਲਾਂ ਨੇਸ਼ਨਸ ਲੀਗ ਬਣੀ ਹੋਈ ਸੀ ਔਰ ਜਿਹਦੇ ਵਿੱਚ ਭਾਵੇਂ UNO ਹੈ, IMF ਹੈ, ਵਰਲਡ ਬੈਂਕ ਹੈ, ਇਹ ਸਾਰੀਆਂ ਜਿਹੜੀਆਂ ਨੇ 45-44 ਤੋਂ 50 ਦੇ ਵਿੱਚ ਇਹਨਾਂ ਦਾ ਜਿਹੜਾ ਸਾਰੀਆਂ ਦਾ ਉਹ ਹੁੰਦਾ, ਕਿਉਂਕਿ ਸਾਰਾ ਕੁਝ ਦੁਬਾਰਾ ਮੈਪਿੰਗ ਹੋ ਰਹੀ ਹੈ, ਸਾਰਾ ਕੁਝ ਸੋਚਿਆ ਜਾ ਰਿਹਾ ਕਿ ਕਿਸ ਤਰ੍ਹਾਂ ਦਾ ਸੰਸਾਰ ਬਣਨਾ ਹੈ, ਕਿਸ ਤਰ੍ਹਾਂ ਚਲਾਉਣਾ ਹੈ। ਇਹ ਸਾਰੇ ਜਿਹੜੇ ਸੀ ਸਿਸਟਮ ਜਿਹੜੇ ਸੀ ਉਹ ਬਣ ਰਹੇ ਸੀ। ਤਾਂ ਉਦੋਂ ਹੀ ਫਿਰ 1948 ਦੇ ਵਿੱਚ ਜਿਹੜਾ 46 ਤੋਂ ਐਕਸਰਸਾਈਜ਼ ਸ਼ੁਰੂ ਹੋ ਗਈ ਸੀ ਔਰ ਖਾਸ ਕਰਕੇ ਫਿਰ ਇਸ ਕਰਕੇ ਵੀ ਕਿਉਂਕਿ ਜਿਹੜਾ ਨਾਜ਼ੀਜ਼ਮ ਹੈ ਔਰ ਫਾਸਿਜ਼ਮ ਹੈ ਇਹ ਸਟੇਟਾਂ ਦੇ ਵਿੱਚ, ਸਰਕਾਰਾਂ ਦੇ ਵਿੱਚ ਇਸ ਤਰ੍ਹਾਂ ਆਉਣ ਲੱਗ ਗਿਆ, ਤਾਂ ਹਿਊਮਨ ਰਾਈਟਸ ਕਿੱਥੇ ਬਚਣਗੇ। ਤਾਂ ਉਹਨਾਂ ਲੋਕਾਂ ਨੇ ਫਿਰ ਇਹ ਸੋਚਣ ਦੀ ਕੋਸ਼ਿਸ਼ ਕੀਤੀ ਕਿ ਇਹਦੇ ਲਈ ਕੋਈ ਐਸੀ ਬਾਡੀ ਬਣਾਈ ਜਾਵੇ, ਕੋਈ ਐਸਾ ਸਟੈਚੂਟਰੀ ਬਾਡੀ ਜਿਹਦੇ ਕੋਲ ਲੀਗਲ ਪਾਵਰ ਵੀ ਹੋਵੇ ਕਿ ਜਿਹੜੇ ਲੋਕਾਂ ਦੇ ਉੱਤੇ ਕੁਛ ਮਾੜਾ ਮੋਟਾ ਮੁਲਕਾਂ ਦੇ ਉੱਤੇ ਕੰਟਰੋਲ ਰੱਖਣ ਲਈ, ਵਾਚ ਰੱਖਣ ਲਈ ਔਰ ਮੋਨੀਟਰਿੰਗ ਲਈ ਸਾਨੂੰ ਇੱਕ ਬਾਡੀ ਚਾਹੀਦੀ ਹੈ। ਤਾਂ ਇਹ 46 ਤੋਂ ਸ਼ੁਰੂ ਹੋਈਆਂ ਐਕਸਰਸਾਈਜ਼ਿਸ 10 ਦਸੰਬਰ 1948 ਦੇ ਵਿੱਚ ਜਿਹੜੀ ਪਹਿਲੀ ਚੇਅਰਮੈਨ ਹੈ ਦੀ ਉਹ ਮਿਸਿਸ ਰੂਜ਼ਵੈਲਟ, ਉਹ ਡਰਾਫਟਿੰਗ ਕਮੇਟੀ ਦੀ ਵੀ ਉਹ ਸੀ ਔਰ ਇੰਡੀਆ ਦੇ ਵਿੱਚੋਂ ਵੀ ਇੱਕ ਲੇਡੀ ਜਿਹੜੀ ਸੀ ਉਹ ਉਸ ਦੀ ਮੈਂਬਰ ਸੀ ਇਸ ਜਿਹੜੀ ਕਮੇਟੀ ਉਹਦੇ ਵਿੱਚ। ਤਾਂ ਇਹ ਚੰਗੀ ਗੱਲ ਇਹ ਸੀ ਕਿ ਉਦੋਂ ਵੂਮੈਨ ਦੇ ਵਿੱਚ ਕਾਫੀ ਪਾਰਟੀਸਪੇਸ਼ਨ ਸੀ ਔਰ ਵੂਮੈਨਸ ਰਾਈਟ ਵੀ ਜਿਹੜੇ ਸੀ ਇਹਦੇ ਵਿੱਚ ਜਿਹੜੇ ਸੀ ਸ਼ਾਮਲ ਕੀਤੇ ਗਏ। ਤਾਂ ਇਹ ਜਿਹੜੀ ਬਾਡੀ ਬਣਦੀ ਹੈ ਉਸ ਵੇਲੇ 56 ਕੁ ਮੁਲਕ ਸੀ UNO ਦੇ ਵਿੱਚ, ਤਕਰੀਬਨ ਸਾਰੇ ਇਸ ਨੂੰ ਓਕੇ ਕਰਦੇ ਆ। 2-3 ਮੁਲਕ ਜਿਹੜੇ ਸੀ ਉਹ ਐਬਸਟੇਨ ਹੋ ਗਏ ਸੀ 56 ਦੇ ਵਿੱਚੋਂ, ਬਾਕੀ ਸਾਰਿਆਂ ਨੇ ਇਹ 'ਚ ਪਾਰਟੀਸਪੇਟ ਕੀਤਾ ਸੀ। ਸਾਊਦੀ ਅਰਬੀਆ, ਰਸ਼ੀਆ ਔਰ ਇੱਕ ਮੁਲਕ ਕੋਈ ਹੋਰ ਸੀ ਜਿਹੜੇ ਐਬਸਟੇਨ ਕਰ ਗਏ ਸੀ। ਇਹ ਹੁਣ ਜਿਹੜੇ ਅਧਿਕਾਰ ਹੈ UNO ਦੇ ਜਿਹੜੇ ਇਹ ਹਿਊਮਨ ਰਾਈਟਸ ਦੇ 30 ਇਹਦੀਆਂ ਕਲੌਜ਼ਿਸ ਹੈ, 30 ਨੇ ਇਹਨਾਂ ਦੀਆਂ। ਇਹਨਾਂ ਨੂੰ ਆਪਾਂ 2 ਰੂਪਾਂ ਦੇ ਵਿੱਚ ਵੰਡ ਸਕਦੇ ਹਾਂ। ਇੱਕ ਤਾਂ ਇਹਦਾ ਉਹ ਆਸਪੈਕਟ ਹੈ ਜਿਹੜਾ ਆਪਾਂ ਜਿਹਨੂੰ ਸਿਵਲ ਔਰ ਪੋਲੀਟੀਕਲ ਆਸਪੈਕਟ ਕਹਿੰਦੇ ਆ। ਦੂਸਰਾ ਦਾ ਜਿਹੜਾ ਆਸਪੈਕਟ ਹੈ ਉਹ ਜੇ ਡਿਵੀਜ਼ਨ ਇਹਦੀ ਜਿਹੜੀ ਕਰੀ ਜਾਂਦੀ ਹੈ ਉਹਦੇ 'ਚ ਇਕਨੋਮਿਕ, ਸੋਸ਼ਲ ਔਰ ਕਲਚਰਲ ਆਸਪੈਕਟ ਹੈ, 30 ਕਲਾਸਿਸ ਜਿਹੜੀਆਂ। ਤਾਂ ਮੇਰਾ ਮੰਨਣਾ ਇਹ ਹੈ ਥੋੜ੍ਹਾ ਜਿਹਾ ਕਿ ਹੁਣ ਤੱਕ ਜਿਹੜਾ ਜ਼ਿਆਦਾ ਸਟਰੈਸ ਹੈ ਉਹ ਪੋਲੀਟੀਕਲ ਔਰ ਜਿਹੜਾ ਸਿਵਲ ਆਸਪੈਕਟ ਹੈ ਉਹਦੇ ਉੱਤੇ ਜ਼ਿਆਦਾ ਦਿੱਤਾ ਜਾਂਦਾ। ਸ਼ਾਇਦ ਇਸ ਕਰਕੇ ਵੀ ਹੈ ਕਿਉਂਕਿ ਜਿਹੜੀ ਸਿਵਲ ਸੁਸਾਇਟੀ ਹੈ, ਜਿਹਨੂੰ ਆਪਾਂ ਕਹਿ ਦਿਓ ਤੁਸੀਂ ਸਮਾਜ ਦੀ ਬੜੀ ਸਿਵਲਾਈਜ਼ਡ ਜਿਹਨੂੰ ਮੰਨਿਆ ਜਾਂਦਾ ਹੈ, ਕਰੀਮੀ ਲੇਅਰ ਵੀ ਮੰਨਿਆ ਜਾਂਦਾ ਹੈ,
ਕਿਉਂਕਿ ਉਹਨੂੰ ਜ਼ਿਆਦਾ ਇਫੈਕਟ ਕਰਦੀ ਹੈ। ਬੋਲਣ ਦਾ ਹੱਕ ਹੈ, ਲਿਖਣ ਦਾ ਹੱਕ ਹੈ, ਪੋਲੀਟਿਕਸ ਦੇ ਵਿੱਚ ਜਦੋਂ ਇਫੈਕਟ ਹੁੰਦਾ ਸਾਰਾ ਕੁਝ। ਜਿਹੜਾ ਦੂਸਰਾ ਆਸਪੈਕਟ ਹੈ ਜਿਹਨੂੰ ਅਸੀਂ ਇਕਨੋਮਿਕ ਜਾਂ ਸੋਸ਼ਲ ਜਾਂ ਕਲਚਰਲ ਕਹਿੰਦੇ ਹਾਂ, ਉਹਦੇ ਉੱਤੇ ਸਟਰੈਸ ਨਹੀਂ। ਉਹਦੇ ਤੇ ਨਾ ਹੋਣ ਕਰਕੇ ਇਹ ਪ੍ਰੋਬਲਮ ਹੈ ਕਿ ਇੱਕ ਵਿਅਕਤੀ ਹੈ, ਜਿਵੇਂ ਮੈਨੂੰ ਤਾਂ ਇਹ ਲੱਗਦਾ ਹੁੰਦਾ ਹੈ ਕਿ ਜਿਹੜਾ ਇਕਨੋਮਿਕਲੀ ਬਹੁਤ ਪੂਅਰ ਲਾਈਫ 'ਚ ਹੈ, ਉਹਦੇ ਲਈ ਤਾਂ ਦੂਜੇ ਬਹੁਤੇ ਮੈਟਰ ਹੀ ਨਹੀਂ ਕਰਦੇ ਜਿਹੜੇ ਦੂਸਰੇ ਰਾਈਟ ਨੇ। ਉਹਨੂੰ ਤਾਂ ਕਦੇ ਐ ਨਹੀਂ ਪਤਾ ਲੱਗਦਾ ਕਿ ਮੈਨੂੰ ਬੋਲਣ ਦਾ ਭਲਾ ਮੈਨੂੰ ਕੀ ਸਮੱਸਿਆ ਬੋਲਣ ਦੀ, ਜਾਂ ਉਹਨੂੰ ਤਾਂ ਕਿਉਂਕਿ ਬੋਲਣ ਦਾ ਮੌਕਾ ਹੀ ਨਹੀਂ ਮਿਲ ਰਿਹਾ। ਉਹਦੇ ਮੈਨੂੰ ਨਹੀਂ ਲੱਗਦਾ ਹੁੰਦਾ ਕਿ ਉਹਦੇ ਐਕਸਪ੍ਰੈਸ਼ਨ ਦੇ ਰਾਈਟ ਜਿਹੜੇ ਨੇ ਕਿਤੇ ਇਫੈਕਟ ਹੋ ਰਹੇ ਹੋਣ, ਜਾਂ ਉਹਦੇ ਲਿਖਣ ਦੇ ਕਿਤੇ ਜਿਹੜੇ ਉਹਨੇ ਇਫੈਕਟ ਹੋ ਰਹੇ ਹੋਣ। ਔਰ ਵਾਸਟਨੈਸ ਜਿਹੜੀ ਹੈ ਵਰਲਡ ਦੇ ਵਿੱਚ, ਉਹ ਅਸਲ 'ਚ ਉਹਨਾਂ ਲੋਕਾਂ ਦਾ ਹੀ ਆ ਕੇ ਜਿੱਥੇ ਇਹ ਪ੍ਰੋਬਲਮ ਆਈ ਹੋਈ ਹੈ। ਹੁਣ ਪ੍ਰੋਬਲਮ ਇਹ ਹੈ ਕਿ ਜਿਵੇਂ ਹੁਣ ਅੱਜ ਦੇ ਸਮੇਂ ਸਾਡੇ ਦੌਰ ਦੇ ਵਿੱਚ ਇਹ ਕਿਉਂ ਹਿਊਮਨ ਰਾਈਟਸ ਦੀ ਅਜੇ ਵੀ ਲੋੜ ਪੈ ਰਹੀ ਹੈ। 1948 ਦੇ ਵਿੱਚ ਤਾਂ ਬਣੇ ਹੋਏ ਨੇ ਔਰ ਇੰਨੇ ਆਈਡੀਅਲ ਬਣੇ ਹੋਏ ਹੈ। 30 ਕਲਾਸਿਸ ਜਿਹੜੇ ਆ, ਜੇ ਪੜ੍ਹ ਕੇ ਦੇਖ ਲਓ, ਪਿਆਰਾ ਲਾਲ ਉਹਨਾਂ ਨੇ ਬਹੁਤ, ਕੁਲਦੀਪ ਸਿੰਘ ਸਾਰੇ ਨੇ ਤੁਸੀਂ ਦੱਸ ਦਿੱਤਾ, ਤੁਹਾਨੂੰ ਸਭ ਨੂੰ ਪਤਾ ਵੀ ਹੈ। ਕੋਈ ਐਸਾ ਆਸਪੈਕਟ ਨਹੀਂ ਲਾਈਫ ਦਾ ਜਿਹੜਾ ਉਸ ਡਾਕੂਮੈਂਟ ਦੇ ਵਿੱਚ ਨਹੀਂ ਲਿਖਿਆ ਹੋਇਆ। ਆਲਮੋਸਟ ਕੋਈ ਐਸਾ ਆਸਪੈਕਟ ਨਹੀਂ ਜਿਹੜਾ ਹਿੰਦੁਸਤਾਨ ਦੇ ਸੰਵਿਧਾਨ 'ਚ ਵੀ ਨਹੀਂ ਲਿਖਿਆ ਹੋਇਆ। ਕਿਉਂਕਿ ਜਿੰਨੇ ਮੁਲਕ ਆਜ਼ਾਦ ਹੁੰਦੇ ਆ, ਬਹੁਤੇ ਪਤਾ ਆਪਣੇ ਜਿਹੜੇ ਕਲੋਨੀਅਲ ਮੁਲਕ ਹੈ, ਉਹ 1900 ਸੈਕੰਡ ਵਰਲਡ ਵਾਰ ਤੋਂ ਬਾਅਦ ਆਜ਼ਾਦ ਹੁੰਦੇ ਆ। ਤੇ ਉਦੋਂ ਤੱਕ ਸਾਰੇ ਜਿਹੜੇ ਮੁਲਕਾਂ ਨੇ ਜਿਹੜੇ ਸੰਵਿਧਾਨ ਬਣਾਏ, ਉਹ ਡਾਕਟਰ ਪਿਆਰੇ ਲਾਲ ਜੀ, ਉਹ ਇਕੱਲਾ ਇੰਡੀਆ ਦਾ ਨਹੀਂ, ਉਹ ਭਾਵੇਂ ਪਾਕਿਸਤਾਨ ਦਾ ਸੰਵਿਧਾਨ ਹੋਵੇ, ਕਿਸੇ ਵੀ ਅਫਰੀਕਨ ਕੰਟਰੀ ਦੇ, ਕਿਉਂਕਿ ਸਾਰੇ ਉਦੋਂ ਹੀ ਆਜ਼ਾਦ ਹੁੰਦੇ ਆ ਬਹੁਤੇ, ਉਹ ਸਾਰੇ ਇਹਨੇ ਆਈਡੀਅਲ ਫਾਰਮ 'ਚ ਬਣੇ ਹੋਏ ਆ ਕਿ ਉਹ ਪੜ੍ਹੇ ਤਾਂ ਐਂ ਲੱਗਦਾ ਹੀ ਨਹੀਂ ਵੀ ਇਹਨਾਂ ਦੇ ਵਿੱਚ ਕੁਝ ਮਿਸਿੰਗ ਹੈ। ਇਸੇ ਕਰਕੇ ਇੱਕ ਵੱਡੀ ਲੜਾਈ ਤਾਂ ਇਸੇ ਕਰਕੇ ਆਪਾਂ ਕਹਿੰਦੇ ਹੁੰਦੇ ਆ ਨਾ ਵੀ ਇਹਨਾਂ ਦੇ ਪਿੰਡ 'ਚ ਖਲੋ ਕੇ ਵੀ ਲੜੀ ਜਾ ਸਕਦੀ ਹੈ। ਜਿਹੜੀਆਂ ਹੁਣ ਸਟੇਟ ਹੈ, ਇਹਨਾਂ ਦੇ ਪਿੰਡ 'ਚ ਖਲੋ ਕੇ ਵੀ ਹਾਂ ਤੁਹਾਡਾ ਹੀ ਸੰਵਿਧਾਨ ਹੈ, ਆਪਾਂ ਇਹਦੇ 'ਤੇ ਲੜ ਲੈਂਦੇ ਹਾਂ। ਹੁਣ ਰੌਲਾ ਇਹ ਹੈ ਵੀ ਇਹ ਕਿਉਂ ਇਸ ਤਰ੍ਹਾਂ ਹੋ ਗਿਆ, ਵਾਈ ਡਿਡ ਇਟ ਹੈਪਨ ਦੈਟ ਵੇ, ਕਿ ਵਾਇਲੈਂਸ ਨਹੀਂ ਘਟ ਰਹੀ, ਵਾਇਓਲੇਸ਼ਨ ਆਫ ਹਿਊਮਨ ਰਾਈਟਸ ਨਹੀਂ ਘਟ ਰਹੀ। ਇਹਨੂੰ ਆਪਾਂ ਪਿੰਨ ਪੁਆਇੰਟ ਜਾਂ ਫੋਕਸ ਕਿੱਥੇ ਕਰ ਸਕਦੇ ਹਾਂ? ਤਾਂ ਉਹ ਆਲਮੋਸਟ ਇਹ ਸਹਿਮਤੀ ਹੈ। ਹਮੀਰ ਸਿੰਘ ਹੋਰਾਂ ਦਾ ਅੱਜ ਵੀ ਲੇਖ ਹੈ, ਮੈਂ ਉਹ ਵੀ ਜਿਹੜਾ ਅਸੀਂ ਆਉਂਦਿਆਂ ਵੇਖ ਰਿਹਾ ਸੀ, ਉਹਦੇ ਵਿੱਚ ਵੀ ਇਹੋ ਗੱਲ ਆਈ ਹੋਈ ਹੈ ਕਿ ਇਹ ਜਿਹੜਾ ਇਸ ਵੇਲੇ ਨਿਓ ਲਿਬਰਲਿਜ਼ਮ ਦਾ ਮਾਡਲ ਜਿਹੜਾ ਆਪਰੇਟ ਕਰ ਰਿਹਾ ਦੁਨੀਆ ਭਰ ਦੇ ਵਿੱਚ, ਇਹ ਇਹਦਾ ਮੇਨ ਕਾਜ਼ ਹੈ। ਸ਼ਾਇਦ ਉਹਨੇ ਕਿਤੇ ਰੋਜ਼ਾ ਲਗਜ਼ਮਬਰਗ ਨੇ ਐਂਗਲਸ ਨੂੰ ਕੋਟ ਕੀਤਾ ਹੋਇਆ ਹੈ। ਐਂਗਲਸ ਨੇ ਇਹ ਕਿਤੇ ਲਿਖਿਆ ਹੋਇਆ, ਕਹਿੰਦਾ ਵੀ ਜਿਹੜਾ ਇਹ ਕੈਪੀਟਲਿਜ਼ਮ ਹੈ, ਇਹ ਡਾਇਲਮੇ 'ਚ ਹੈ ਇਸ ਵੇਲੇ। ਉਹਨੇ ਆਪਣੇ ਜ਼ਮਾਨੇ 'ਚ ਲਿਖਿਆ ਸੀ, ਜਾਂ ਤਾਂ ਐਡਵਾਂਸ ਕਰੇ ਸੋਸ਼ਲਿਜ਼ਮ 'ਚ, ਇੱਕ ਤਾਂ ਦੀ ਇਹ ਮਜਬੂਰੀ ਹੈ, ਆਈਦਰ ਇਟ ਵਿਲ ਰਿਵਰਸ਼ਨ ਟੂਵਰਡਸ ਬਾਰਬਰਿਜ਼ਮ। ਇੱਕ ਸਵਾਲ ਖੜ ਜਾਂਦਾ ਹੁੰਦਾ ਆ ਕੇ ਪੂੰਜੀਵਾਦ ਅੱਗੇ, ਇਸ ਵੇਲੇ ਖੜਿਆ ਹੋਇਆ ਵਰਲਡ ਓਵਰ। ਜੇ ਤਾਂ ਉਹਨੇ ਸਟੇਟਸ ਕੋ ਆਪਣਾ ਮੇਨਟੇਨ ਕਰਨਾ, ਆਪਣਾ ਸਟਰਕਚਰ ਨਹੀਂ ਉਸਨੇ ਚੇਂਜ ਕਰਨਾ, ਤਾਂ ਹੁਣ ਕ੍ਰਾਈਸਿਸ ਇੰਨਾ ਸੀਰੀਅਸ ਹੈ, ਉਹਨੂੰ ਬਣਾ ਕੇ ਰੱਖਣ ਲਈ, ਚਰਾ ਕੇ ਰੱਖਣ ਲਈ, ਉਹਨੂੰ ਰਿਵਰਜਨ ਟੁਵਰਡਸ ਐਟਰੋਸਿਟੀਜ਼ ਐਂਡ ਵਾਇਲੈਂਸ ਜ਼ਰੂਰੀ ਹੈ। ਕਿਉਂਕਿ ਡੈਮੋਕ੍ਰੇਸੀ ਦਾ ਔਰ ਕੈਪੀਟਲਿਜ਼ਮ ਦਾ ਇਹ ਮੇਲ ਹੋ ਨਹੀਂ ਸਕਦਾ ਬਹੁਤਾ, ਜਾਂ ਇਹ ਬਹੁਤੀ ਦੇਰ ਚੱਲ ਨਹੀਂ ਸਕਦਾ। ਕਿਉਂਕਿ ਹੁਣ ਇਹ ਗੱਲ ਕੀ ਫਸੀ ਹੋਈ ਸੀ ਕਿਸਾਨ ਮੋਰਚੇ ਦੀ, ਵੀ ਸਾਨੂੰ ਦੇਖੋ ਆਜ਼ਾਦੀ ਹੈ, ਸਾਡੀਆਂ ਆਪਣੀਆਂ ਪ੍ਰੋਬਲਮ ਹੈ, ਉਹਨਾਂ ਦਾ ਹਿਊਮਨ ਰਾਈਟ, ਉਹਨਾਂ ਦੀ ਉਹ ਰੋਜੀ ਰੋਟੀ ਹੋਈ ਹੈ ਨਾ, ਉਹਨਾਂ ਦਾ ਵੀ ਤਾਂ ਹਿਊਮਨ ਰਾਈਟ ਹੈ, ਉਹ ਖੁਸ਼ ਰਿਹਾ। ਹੁਣ ਜਾਂ ਤਾਂ ਉਸ ਨੂੰ ਜਿਹੜਾ ਕੰਸੈਸ਼ਨਸ ਜੋ ਮੰਗ ਰਹੇ ਨੇ ਕਿਸਾਨਾਂ ਨੂੰ ਦਿੱਤਾ ਜਾਵੇ। ਜੇ ਦਿੱਤਾ ਜਾਂਦਾ, ਉਹਨਾਂ ਦਾ ਆਪਣਾ ਇੰਟਰਸਟ ਜਿਹੜਾ ਹਰਟ ਹੁੰਦਾ, ਆਪਣਾ ਇੰਟਰਸਟ ਉਹਨਾਂ ਦਾ, ਕਿਉਂਕਿ ਕਾਰਪੋਰੇਟ ਸੈਕਟਰ ਦਾ ਇੰਟਰਸਟ ਹੈ। ਇਸ ਡਾਇਲਮੇ 'ਚੋਂ ਨਿਕਲਣ ਲਈ ਹੁਣ ਕੀ ਕਰੇਗਾ ਨਿਓ ਲਿਬਰਲਿਜ਼ਮ ਜਾਂ ਇਹਦੀਆਂ ਸਰਕਾਰਾਂ ਜਿਹੜੀਆਂ, ਜਾਂ ਇਹਨਾਂ ਦਾ ਜਿਹੜਾ ਮਾਡਲ ਹੈ ਡਿਵੈਲਪਮੈਂਟ ਦਾ, ਇਹ ਇਕੱਲੇ ਇੰਡੀਆ 'ਚ ਨਹੀਂ ਹੋ ਰਿਹਾ।